ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਬਹੁਤ ਧੰਨਵਾਦ। ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਜੀ। Alright, number to call studio is 905-813-1320. ਜੌਲ ਸਾਹਿਬ ਆਓ ਫਿਰ ਲੈਟਸ ਡਾਈਵ ਇਨਟੂ ਦ ਨਿਊਜ਼ ਐਂਡ ਗੱਲਬਾਤ ਕਰਦੇ ਹਾਂ। ਵਿਲੀਅਮ ਔਸਲਰ ਹੈਲਥ ਸਿਸਟਮ ਦੀ ਬਹੁਤ ਵੱਡੀ ਤਾਦਾਦ ਦੇ ਵਿੱਚ ਸਟਾਫਿੰਗ ਦੀ ਇਸ਼ੂ ਆ ਰਹੀ ਜੀ, ਚੈਲੰਜਸ ਕਾਫੀ। ਤਾਂ ਡੇ 1 ਤੋਂ ਸਾਨੂੰ ਪਤਾ ਸੀ ਕੋਵਿਡ ਤੋਂ ਬਾਅਦ ਕਿ ਜਿਹੜੀ ਮੈਡੀਕਲ ਸਟਾਫ ਇਸ਼ੂਜ਼, ਨਰਸਿਸ, ਡਾਕਟਰਸ ਨੂੰ ਲੈ ਕੇ ਕਾਫੀ ਜਿਹੜੇ ਵਿਲੀਅਮ ਔਸਲਰ ਹੈਲਥ ਫੇਸ ਕਰ ਰਹੀ ਹੈ ਜੀ। ਐਂਡ ਹਾਲ ਹੀ ਦੇ ਵਿੱਚ ਬੰਦ ਵੀ ਕੀਤਾ ਗਿਆ ਜੀ ਯੂਨਿਟ ਕੇਅਰ ਦੀ ਅਰਜੈਂਟ ਕੇਅਰ ਸੈਂਟਰ ਨੂੰ ਐਟ ਪੀਲ ਮੈਮੋਰੀਅਲ ਕੱਲ੍ਹ ਅਰਾਊਂਡ 5 ਵਜੇ। ਅਤੇ ਇਹ ਡਿਊ ਟੂ ਸ਼ੋਰਟੇਜ ਆਫ ਸਟਾਫ ਅਤੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਓਨਲੀ ਜਿਹੜੀ ਕ੍ਰਿਟੀਕਲ ਸੀਰੀਅਸ ਐਮਰਜੈਂਸੀਜ਼ ਹੈ, ਰੀਅਲ ਐਮਰਜੈਂਸੀਜ਼ ਹੈ, ਉਹੀ ਪਹੁੰਚਣ। ਇਹ ਤਾਂ ਵੈਸੇ ਸਦਾ ਹੀ ਕਹਿੰਦੇ ਆ ਜੀ ਕਿ ਜਿਹੜਾ ਐਮਰਜੈਂਸੀ ਦੇ ਵਿੱਚ ਐਮਰਜੈਂਸੀ ਦਾ ਮਤਲਬ ਸਮਝ ਕੇ ਪਹੁੰਚੋ ਜੀ। ਤੇ ਜੇ ਵੀ ਉਦਾਂ ਹੀ ਮਾੜੀ ਮੋਟੀ ਗੋਡਿਆਂ 'ਚ ਪੀੜ ਹੈ, ਸਿਰ 'ਚ ਪੀੜ ਹੈ, ਹਨਾ ਵੀ ਕੋਈ ਖੜੇ ਹੋਣ ਦੇ ਵਿੱਚ ਤਕਲੀਫ ਹੈ ਵੀ ਜਾਂ ਅਦਰਵਾਈਜ਼ ਲੱਗ ਰਿਹਾ ਵੀ ਉਲਟੀਆਂ ਵਗੈਰਾ ਲੱਗੀਆਂ ਹੋਈਆਂ ਨੇ, ਤੇ ਫਿਰ ਉਹਨੂੰ ਐਮਰਜੈਂਸੀ ਨਹੀਂ ਮੰਨਿਆ ਜਾਂਦਾ। ਤੇ ਜ਼ਿਆਦਾ ਘੰਟੇ ਵੇਟ ਕਰਾਉਣ ਦਾ ਸਿਲਸਿਲਾ ਵੀ ਇਸ ਗੱਲ ਤੇ ਹੀ ਆਧਾਰਿਤ ਹੈ ਵੀ ਰੀਅਲ ਐਮਰਜੈਂਸੀ ਕੌਣ ਹੈਗੇ ਆ, ਹਨਾ। ਸੋ ਜਿੰਨਾ ਚਿਰ ਜਾਣੀ ਕਿ ਲਾਈਫ ਨੂੰ ਡਾਇਰੈਕਟ ਥ੍ਰੈਟ ਨਹੀਂ ਹੈ ਵੀ, ਹਨਾ, ਕੋਈ ਬ੍ਰੇਨ ਹੈਮਰੇਜ ਨਹੀਂ ਹੋ ਗਿਆ ਜਾਂ ਹਾਰਟ ਅਟੈਕ ਨਹੀਂ ਆ, ਸੋ ਉਹਨਾਂ ਪੇਸ਼ੈਂਟਸ ਨੂੰ ਨਹੀਂ ਵੇਟ ਕਰਨਾ ਪੈਂਦਾ ਜਿਹੜੇ ਰੀਅਲ ਐਮਰਜੈਂਸੀ ਹਨ, ਹਨਾ ਅਰਸ਼। ਸੋ ਇਸ ਕਰਕੇ ਇਹ ਆ ਜੀ ਵੀ ਹੁਣ ਇਹ ਜੋ ਸਿਚੁਏਸ਼ਨ ਲੇਕਿਨ ਕਿ ਸਟਾਫ ਦੇ ਚੈਲੰਜਸ ਕਰਕੇ ਬਣ ਰਹੀ ਆ ਸਾਰੇ ਕੈਨੇਡਾ ਦੇ ਵਿੱਚ, ਸਾਰੇ ਤਰ੍ਹਾਂ ਦੇ ਡਿਪਾਰਟਮੈਂਟਸ ਦੇ ਵਿੱਚ। ਕਿਉਂਕਿ ਹੁਣ ਰੀਸੈਂਟ ਜਿਹੜੀ ਰਿਪੋਰਟ ਵੀ ਸਟੈਟਸ ਕੈਨੇਡਾ ਦੀ ਇੰਪਲੋਇਮੈਂਟ ਬਾਰੇ ਆਈ ਸੀ, ਤਾਂ ਉਹ ਕਹਿੰਦੇ ਜੀ ਵੀ 40,000 ਦੇ ਕਰੀਬ ਨੌਕਰੀਆਂ, ਇਹ ਮਤਲਬ ਜੋਬ ਲੋਸ ਹੋਇਆ, ਹਨਾ, ਲੋਕਾਂ ਨੇ ਕੁਇਟ ਕੀਤਾ ਜੀ। ਅੱਛਾ, ਲੋਕਾਂ ਨੇ ਕੁਇਟ ਕੀਤਾ, ਪਰ ਜਿਹੜਾ ਇੰਪਲੋਇਮੈਂਟ ਕਹਿ ਲਓ ਵੀ ਅਨਇੰਪਲੋਇਮੈਂਟ ਰੇਟ ਸੀਗਾ, ਬੇਰੁਜ਼ਗਾਰੀ ਦੀ ਦਰ ਸੀਗੀ, ਉਹ ਘਟੀ। ਰਾਈਟ। ਹੁਣ ਲੋਕਾਂ ਨੇ ਜਦੋਂ ਜੋਬ ਛੱਡੀ ਤੇ ਬੇਰੁਜ਼ਗਾਰੀ ਦਰ ਤਾਂ ਵਧਣੀ ਚਾਹੀਦੀ ਸੀਗੀ। ਮਤਲਬ ਕਹਿਣ ਦਾ ਵੀ ਲੋਕਾਂ ਨੂੰ ਚੰਗੀਆਂ ਨੌਕਰੀਆਂ ਮਿਲ ਰਹੀਆਂ ਤੇ ਨਾ ਪਸੰਦ ਨੌਕਰੀਆਂ ਉਹ ਆਪੇ ਹੀ ਕੁਇਟ ਕਰ ਰਹੇ ਆ, ਆਪੇ ਹੀ ਛੱਡ ਰਹੇ ਆ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਕਾਫੀ ਵੱਡਾ ਚੈਲੰਜ ਇਹ ਹੈਲਥ ਕੇਅਰ ਦੇ ਵਿੱਚ ਵੀ ਦੇਖਿਆ ਜਾ ਰਿਹਾ, ਜਿਹਦੇ ਵਿੱਚ ਕਿ ਇਹ ਅਰਜੈਂਟ ਕੇਅਰ ਸੈਂਟਰ ਆਲ ਆਫ ਸਡਨ ਕੱਲ ਬਰੈਂਪਟਨ ਦੇ ਵਿੱਚ ਬੰਦ ਕਰਨਾ ਪਿਆ ਸੀਗਾ। ਉਹ ਲੇਕਿਨ ਕਿ ਅੱਜ ਸਵੇਰੇ ਅਰਸ਼ ਦੁਬਾਰਾ 8 ਵਜੇ ਨੋਰਮਲ ਖੁੱਲ ਗਿਆ। ਪਰ ਵੀ ਹੁਣ ਇਹ ਕੁਛ ਘੰਟਿਆਂ 'ਚ ਉਹਨਾਂ ਨੇ ਇਹ ਸਟਾਫਿੰਗ ਦੇ ਚੈਲੰਜਸ ਹੱਲ ਕਰ ਲਏ ਹੋਣਗੇ ਕਿ ਨਹੀਂ, ਪਰ ਇੱਧਰੋਂ ਉੱਧਰੋਂ ਜਿਹੜਾ ਜੀ ਵੀ ਇਹ ਵਿਲੀਅਮ ਔਸਲਰ ਹੈਲਥ ਸਿਸਟਮ ਆ ਨਾ ਜੀ, ਉਹ ਆਪਣਾ ਸਟਾਫ ਆ ਜਿਹੜਾ ਉਹ ਥੋੜਾ ਰੀਲੋਕੇਟ ਕਰਦੇ ਰਹਿੰਦੇ। ਬਰੈਂਪਟਨ ਵਾਲਿਆਂ ਨੂੰ ਉੱਥੇ ਅਰਜੈਂਟ ਕੇਅਰ ਭੇਜ ਦਿੱਤਾ, ਜੇ ਬਰੈਂਪਟਨ 'ਚ ਲੋੜ ਪੈ ਗਈ ਅਰਜੈਂਟ ਕੇਅਰ 'ਚ ਚੁੱਕ ਕੇ ਫਿਰ ਬਰੈਂਪਟਨ ਲੈ ਗਏ ਤੇ ਈਟੋਬੀਕੋ ਹੌਸਪੀਟਲ ਵਿਲੀਅਮ ਔਸਲਰ ਹੈਲਥ ਸਿਸਟਮ ਹੀ ਰਨ ਕਰਦੇ ਨੇ। ਰਾਈਟ। ਪਰ ਕੁੱਲ ਮਿਲਾ ਕੇ ਇਹ ਆ ਜੀ ਵੀ ਇਹ ਕਾਫੀ ਵੱਡੇ ਚੈਲੰਜਸ ਆ ਜਿਹੜੇ ਜੀ ਹੈਗੇ ਆ ਹਾਲ ਦੀ ਘੜੀ। ਸੋ ਇਹ ਨਰਸਾਂ ਆਪਾਂ ਦੇਖ ਰਹੇ ਹਾਂ ਵੀ ਬਰੈਂਪਟਨ ਹੌਸਪੀਟਲ ਦੇ ਵਿੱਚ ਵੀ ਹਾਲ ਦੀ ਘੜੀ 50 ਦੇ ਕਰੀਬ ਜਿਹੜੀਆਂ ਉਹ ਨਰਸਾਂ ਦੀਆਂ ਪੋਜੀਸ਼ਨਸ ਆ ਜਿਹੜੀਆਂ ਖਾਲੀ ਨੇ, ਐਪਲੀਕੇਸ਼ਨਸ ਮੰਗੀਆਂ ਜਾ ਰਹੀਆਂ ਵੀ ਲੋਕ ਅਪਲਾਈ ਕਰ ਸਕਦੇ ਨੇ। ਉਸੇ ਲਿਹਾਜ਼ ਨਾਲ ਇਹ ਆ ਜੀ ਵੀ ਹੁਣ ਇਹ ਅਰਜੈਂਟ ਕੇਅਰ ਸੈਂਟਰ ਆ ਜਿਹੜਾ ਜੀ ਤੇ ਬਰੈਂਪਟਨ ਹੌਸਪੀਟਲ ਦਾ ਐਮਰਜੈਂਸੀ ਡਿਪਾਰਟਮੈਂਟ, ਈਟੋਬੀਕੋ ਹੌਸਪੀਟਲ ਦਾ ਜਿਹੜਾ ਜੀ ਵੀ ਐਮਰਜੈਂਸੀ ਡਿਪਾਰਟਮੈਂਟ ਭਾਵੇਂ ਕਿ ਉਹ ਖੁੱਲ੍ਹੇ ਆ ਜੀ, ਉਹ ਡਿਪਾਰਟਮੈਂਟਸ ਆਮ ਵਾਂਗ ਖੁੱਲ੍ਹੇ ਆ, ਪਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉੱਥੇ ਰੀਅਲ ਐਮਰਜੈਂਸੀ ਤੇ ਜਾਣਾ, ਜੇ ਰੀਅਲ ਐਮਰਜੈਂਸੀ ਨਹੀਂ ਤੇ ਤਦ ਕਰਕੇ ਇਹ ਅਰਜੈਂਟ ਕੇਅਰ ਸੈਂਟਰ ਆ ਜਿਹੜਾ ਜੀ ਵੀ ਉੱਥੇ ਜਾਇਆ ਜਾ ਸਕਦਾ। ਰੀਅਲ ਐਮਰਜੈਂਸੀ ਆ ਜਿਹੜੀ ਵੀ ਜੇ ਤੁਸੀਂ ਬਰੈਂਪਟਨ ਹੌਸਪੀਟਲ ਦੇ ਵਿੱਚ ਉੱਦਾਂ ਹੀ ਕੋਈ ਹੱਡ ਗੋਡਾ ਫੜ ਕੇ ਚੱਲ ਗਏ ਤੇ ਫਿਰ ਉਹਨਾਂ ਨੇ ਘੰਟਿਆਂ ਬੱਧੀ ਬਿਠਾਈ ਰੱਖਣਾ, ਹਨਾ। ਇਹ ਇੱਥੇ ਏਦਾਂ ਹੀ ਚੱਲਦਾ ਰਿਹਾ ਸਦਾ, ਆਪਾਂ ਦੇਖ ਰਹੇ ਦਹਾਕਿਆਂ ਤੋਂ ਏਦਾਂ ਹੀ ਆ ਜੀ। ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਇਕੱਲੇ ਆਪਾਂ ਪੰਜਾਬਣਾਂ ਹੀ ਨਹੀਂ ਵੇਟ ਉਹ ਕਰਾਉਂਦੇ, ਸਾਰੀ ਦੁਨੀਆ ਦਾ ਉੱਥੇ ਇੱਕੋ ਜਿਹਾ ਹੀ ਹਾਲ ਆ, ਭਾਵੇਂ ਕੋਈ ਆ ਜੇ। ਜੇ ਉਹ ਰੀਅਲ ਐਮਰਜੈਂਸੀ ਨਹੀਂ ਆ ਤੇ ਉਹ ਮਤਲਬ ਬਿਠਾਈ ਛੱਡਦੇ ਆ। ਤੇ ਜੇ ਕੋਈ ਹਾਰਟ ਅਟੈਕ ਵਾਲੇ ਆ ਗਏ ਜਾਂ ਅਦਰਵਾਈਜ਼ ਹਨਾ, ਜੇ ਉਹ ਕੈਟਾਗਰੀ 'ਚ ਫਿੱਟ ਹੋ ਗਏ ਵੀ ਐਮਰਜੈਂਸੀ ਕੇਸ ਆ, ਫਿਰ ਤਾਂ ਵਿਦਨ ਸੈਕਿੰਡਸ ਲੈਂਦੇ ਆ ਜੀ ਉਹਨੂੰ, ਹਨਾ। ਪਰ ਸਿਚੁਏਸ਼ਨ ਕਾਫੀ ਪ੍ਰੀਕੇਅਰ ਹੈ ਜੀ। ਬਰੈਂਪਟਨ ਹੌਸਪੀਟਲ ਦੇ ਵਿੱਚ ਪਤਾ ਲੱਗ ਰਿਹਾ ਵੀ ਹਾਲਵੇ ਮੈਡੀਸਿਨ, ਲੋਕਾਂ ਦੇ ਕੋਲ ਤੇ ਬੈੱਡ ਨਹੀਂ ਹੈ, ਪੇਸ਼ੈਂਟਸ ਨੂੰ ਅਰਲੀ ਜਿਹੜਾ ਜੀ ਡਿਸਚਾਰਜ ਕੀਤਾ ਜਾ ਰਿਹਾ। ਇਸ ਤਰ੍ਹਾਂ ਦੀਆਂ ਜਿਹੜੀਆਂ ਕੰਪਲੇਂਟਸ ਆ ਪੇਸ਼ੈਂਟ ਉਹ ਵੀ ਕਰ ਰਹੇ ਆ, ਤੇ ਇਹਦੇ ਨਾਲ ਹੀ ਜਾਣੀ ਕਿ ਵੀ ਕੰਪਲੇਂਟ ਜਿਹੜੀ ਇਹ
ਲੌਂਗ ਵੇਟਿੰਗ ਟਾਈਮ ਆ, ਨੈਵਰ ਐਂਡਿੰਗ, ਮਤਲਬ ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਉਹ ਵੀ ਲੋਕਾਂ ਦੀ ਸ਼ਿਕਾਇਤ ਬਰਕਰਾਰ ਹੈ। ਉਹ ਇਕੱਲੇ ਬਰੈਂਪਟਨ 'ਚ ਹੀ ਨਹੀਂ, ਵੈਸੇ ਹੋਰ ਹਸਪੀਟਲਸ ਦੇ ਵਿੱਚ ਵੀ ਹੈ, ਹੋਰ ਰੀਜਨਸ ਦੇ ਵਿੱਚ ਵੀ ਹੈ। ਹੁਣ ਕੈਨਿਊ ਵਾਈਡ ਇਹ ਹੈਲਥ ਕੇਅਰ ਦਾ ਇਸ਼ੂ ਜਿਹੜਾ ਵੀ ਹੈਗਾ, ਪਰ ਇਹ ਅਪੀਲ ਦੇ ਵਿੱਚ ਕੱਲ ਬਰੈਂਪਟਨ 'ਚ ਸਟਕ ਕੀਤਾ ਸੀਗਾ, ਜਦੋਂ ਕਿ ਅਰਜੈਂਟ ਕੇਅਰ ਸੈਂਟਰ ਉਹਨਾਂ ਨੂੰ ਬੰਦ ਹੀ ਕਰਨਾ ਪੈ ਗਿਆ ਅਰਲੀ ਜੀ। ਜੌ ਸਾਹਿਬ, ਦਿਸ ਖਬਰ ਇਜ਼ ਕਾਫੀ ਇੰਟਰਸਟਿੰਗ। ਕੈਨੇਡਾ ਪੋਸਟ ਨੇ ਹੁਣ ਡਿਸਕੰਟੀਨਿਊ ਕਰ ਦਿੱਤਾ ਹੈ ਈ ਪੋਸਟ ਸਰਵਿਸ। ਜੁਲਾਈ 7 ਤੋਂ ਜਿੰਨੇ ਵੀ ਕੈਨੇਡੀਅਨ ਬੈਂਕਸ ਨੇ ਇਹ ਹੁਣ ਸਰਵਿਸਿਜ਼ ਨਹੀਂ ਪ੍ਰੋਵਾਈਡ ਕਰ ਸਕਦੇ ਆਪਣੇ ਕਸਟਮਰਸ ਨੂੰ, ਜਿਸ ਦੀ ਰਿਜ਼ਲਟ ਇਹ ਹੋਊਗੀ ਕਿ ਈ ਬੈਂਕਿੰਗ ਕਸਟਮਰਸ ਨੋ ਲੌਂਗਰ ਉਹਨਾਂ ਦੇ ਪਰਸਨਲ ਬਿਲਸ ਐਂਡ ਨਾਨ ਬੈਂਕਿੰਗ ਸਟੇਟਮੈਂਟਸ ਨੈਟ ਬੈਂਕਿੰਗ ਤੇ ਉਹ ਨੋਟਿਸਿਸ ਦੇਖ ਪਾਉਣਗੇ। ਦਿਸ ਇਜ਼ ਅ ਵੈਰੀ ਵੀਅਰਡ ਨਿਊਜ਼ ਜਿਹੜੀ ਸਾਹਮਣੇ ਆ ਰਹੀ ਹੈ ਜੀ। ਇਹ ਕਿਉਂ? ਯੈਸ ਅਰਸ਼, ਜਿਹੜੇ ਲੋਕ ਨਾ ਇਹ ਸਰਵਿਸ ਕੈਨੇਡਾ ਪੋਸਟ ਦੀ ਯੂਜ਼ ਕਰ ਰਹੇ ਸੀ ਤੇ ਬੈਂਕਾਂ ਨੇ ਜਾਣੀ ਕਿ ਆਨਲਾਈਨ ਇਹ ਫੈਸਿਲਿਟੀ ਦਿੱਤੀ ਹੋਈ ਸੀਗੀ ਆਪਣੇ ਕਸਟਮਰਸ ਨੂੰ, ਉਹ ਫਰਜ਼ ਕਰ ਸਕਦੇ ਸੀਗੇ ਆਪਣੇ ਕੈਨੇਡਾ ਈ ਪੋਸਟ ਦੇ ਰਾਹੀਂ ਜਿਹੜੇ ਜੀ ਬਿਲਸ ਵਗੈਰਾ ਹੈਗੇ ਆ, ਵੀ ਜੇ ਉਹਨਾਂ ਨੇ ਪੇ ਕਰਨੇ ਆ, ਦੇਖਣੇ ਆ, ਚੈੱਕ ਕਰਨੇ ਆ, ਤੇ ਥੋੜਾ ਕਾਫੀ ਉਹਦੇ ਵਾਸਤੇ ਉਹਨਾਂ ਨੂੰ ਫੈਸਿਲਿਟੀ ਸੀਗੀ ਜੀ। ਪਰ ਉਹ ਹੁਣ ਕਿਉਂਕਿ ਕੈਨੇਡਾ ਪੋਸਟ ਕੋਆਪਰੇਟ ਕਰਨ ਨੂੰ ਨਹੀਂ ਤਿਆਰ ਹੈਗੇ ਤੇ ਬੈਂਕਾਂ ਨੂੰ ਜਾਣੀ ਕਿ ਉਹ ਹੁਣ ਈ ਪੋਸਟ ਸਰਵਿਸ ਹੀ ਕਿਉਂਕਿ ਉਹਨਾਂ ਨੇ ਬੰਦ ਕੀਤੀ ਆ। ਸੋ ਇਹ ਮਤਲਬ ਇਹ ਹੈ ਕਿ ਕੋਈ ਵੀ ਸਟੇਟਮੈਂਟ ਤੁਸੀਂ ਆਨਲਾਈਨ ਨਹੀਂ ਦੇਖ ਸਕਦੇ ਆਪਣੀ ਹੁਣ? ਨਹੀਂ, ਜਿਹੜੀ ਈ ਪੋਸਟ ਦੇ ਰਾਹੀਂ ਆਉਂਦੀ ਸੀਗੀ ਥਰਡ ਪਾਰਟੀ ਤੋਂ ਆਉਂਦੀ ਸੀ। ਠੀਕ ਹੈ। ਹਾਂ, ਬੈਂਕਾਂ ਦੀ ਜਿਹੜੀ ਆਪਣੀ ਸਟੇਟਮੈਂਟਸ ਆ, ਜੇ ਕਿਸੇ ਨੇ ਉਹ ਮਤਲਬ ਇਲੈਕਟ ਕੀਤਾ ਹੋਇਆ, ਆਪਟ ਕੀਤਾ ਹੋਇਆ, ਹਾਂਜੀ ਹਨਾ ਵੀ ਆਨਲਾਈਨ, ਉਹ ਸਾਰਾ ਤੇ ਐਜ਼ ਇਜ਼ ਆ। ਬਟ ਇਹ ਜਸਟ ਮਤਲਬ ਥਰਡ ਪਾਰਟੀ ਓਕੇ, ਆਈ ਗॉट ਇਟ। ਠੀਕ ਹੈ। ਤੁਸੀਂ ਦੇਖਦੇ ਸੀ ਕੈਨੇਡਾ ਪੋਸਟ ਦੀ ਈ ਪੋਸਟ ਵੀ ਉਹ ਜਿਹੜੀ ਆ ਇਹ ਹੁਣ ਵੱਡੀਆਂ ਸਾਰੀਆਂ ਬੈਂਕਸ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਜਿਹੜੇ ਹੈਗੇ ਉਹਨਾਂ ਦੇ ਨਾਲ ਕਨੈਕਟਡ ਨਹੀਂ ਆ, ਜਿਸ ਕਰਕੇ ਲੋਕਾਂ ਨੂੰ ਇਹਦੇ ਆਪਣੇ ਜਿਹੜੇ ਆ ਉਹ ਬਦਲਵੇਂ ਪ੍ਰਬੰਧ ਕਰਨੇ ਪੈਣਗੇ। ਪਰ ਅਦਰਵਾਈਜ਼ ਜਿਹੜੀਆਂ ਈ ਬੈਂਕਿੰਗ ਸਰਵਿਸਿਜ਼ ਹੈਗੀਆਂ ਵੱਡੀਆਂ ਬੈਂਕ ਦੀਆਂ, ਬਾਕੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਉਹਦੇ ਨਾਲ ਕਿਸੇ ਤਰ੍ਹਾਂ ਇੰਪੈਕਟ ਨਹੀਂ ਹੋਏ। ਲੇਕਿਨ ਕਿ 7 ਜੁਲਾਈ ਤੋਂ ਫਿਰ ਇਹ ਥਰਡ ਪਾਰਟੀ ਦੀਆਂ ਸਟੇਟਮੈਂਟਸ ਉਹ ਜਿਹੜੀਆਂ ਜੀ ਆਨਲਾਈਨ ਬੈਂਕਿੰਗ ਦੇ ਵਿੱਚ ਦੇਖਣੀਆਂ ਸੰਭਵ ਨਹੀਂ ਰਹਿਣਗੀਆਂ, ਤਾਂ ਹੈ ਹੀ ਨਹੀਂ ਆਲਰੇਡੀ। ਓਕੇ, ਦੈਟਸ ਵੈਰੀ ਗੁੱਡ ਨਿਊਜ਼। ਨਾਟ ਗੁੱਡ ਨਿਊਜ਼ ਐਕਚੁਅਲੀ, ਵੈਰੀ ਇੰਟਰਸਟਿੰਗ ਨਿਊਜ਼, ਬਿਕਾਜ਼ ਹੁਣ ਜੇ ਉਹ ਨਹੀਂ ਕਰਨਗੇ ਤਾਂ ਕੋਈ ਹੋਰ ਕਰ ਲੂਗਾ ਜੀ। ਯੈਸ, ਲੋਕਾਂ ਨੂੰ ਦੇਖੋ ਜੀ ਵੀ ਹੁਣ ਅਰਸ਼ ਇਸ ਤਰ੍ਹਾਂ ਵੀ ਹੁਣ ਚਿੱਠੀਆਂ ਦੇ ਵਿੱਚ ਜਾਂ ਕਹੋ ਡਾਕ ਦੇ ਵਿੱਚ ਵੀ, ਅਦਰਵਾਈਜ਼ ਮੇਲ ਦੇ ਵਿੱਚ ਵੀ ਤੇ ਬਿੱਲ ਹੀ ਆਉਂਦੇ ਆ। ਉਹ ਬਿੱਲ ਪਹਿਲਾਂ ਜਾ ਕੇ ਤੁਸੀਂ ਡਾਕ ਦਾ ਡੱਬਾ, ਹੁਣ ਅੱਜ ਕੱਲ੍ਹ ਤੇ ਖਤਰਾ ਇਹ ਬਣਿਆ ਹੋਇਆ ਵੀ ਉਹ ਕਈ ਜਿਹੜੇ ਆ ਨਾ ਡੱਬੇ ਭੰਨ ਕੇ ਤੇ ਡਾਕ ਚੋਰਨੀਆਂ ਕੱਢ ਕੇ, ਓ ਯੈਸ, ਲੋਟਸ, ਹਨਾ, ਤੇ ਉਹਦੇ ਵਿੱਚ ਫਿਰ ਬਿੱਲ ਜਿਹੜੇ ਆ ਉਹ ਲੋਕਾਂ ਦੇ ਜੇ ਕੱਢ ਕੇ ਹੀ ਲੈ ਗਏ ਤੇ ਬਿੱਲ ਮਿਲਿਆ ਨਾ ਤੇ ਬਿੱਲ ਤਾਰਿਆ ਨਾ ਗਿਆ ਤੇ ਮੁਸ਼ਕਲ ਤੇ ਲੋਕਾਂ ਨੂੰ ਆਉਣੀ ਆ ਜਦੋਂ ਸਰਵਿਸ ਡਿਸਕਨੈਕਟ ਹੋਈ ਜਾਂ ਆਏਗਾ, ਬਿੱਲ ਡਿਲੇ ਹੋਏਗਾ, ਕੋਈ ਸਰਵਿਸ ਡਿਸਕਨੈਕਸ਼ਨ ਨਾ, ਫਿਰ ਉਹ ਜਾਂ ਉਹਨਾਂ ਦੇ ਕ੍ਰੈਡਿਟ ਤੱਕ ਜਿਹੜਾ ਜੀ ਡੈਮੇਜ ਹੋ ਸਕਦੇ ਆ। ਜੀ। ਸੋ ਇਸ ਕਰਕੇ ਇਹ ਆਨਲਾਈਨ ਈ ਬਿਲਿੰਗ ਦੀ, ਈ ਪੋਸਟ ਦੀ ਫੈਸਿਲਿਟੀ ਹੈਲਪਫੁਲ ਤਾਂ ਹੈਗੀ ਆ, ਵੀ ਉਹਦੇ ਵਿੱਚ ਫਿਰ ਜਿਹੜਾ ਤੁਹਾਡਾ ਬਿੱਲ ਆ ਉਹ ਬਹਾਨਾ ਨਹੀਂ ਹੋ ਸਕਦਾ ਵੀ ਮੈਨੂੰ ਮਿਲਿਆ ਨਹੀਂ, ਮੈਨੂੰ ਪਤਾ ਨਹੀਂ ਲੱਗਾ, ਹਨਾ। ਸੋ ਲੇਕਿਨ ਕਿ ਇਹ ਹੁਣ ਫਿਜ਼ੀਕਲ ਮੇਲ ਆ ਜਿਹੜੀ ਜੀ ਵੀ ਉਹ ਸਰਵਿਸਿਜ਼ ਜਿਸ ਤਰੀਕੇ ਦੀਆਂ ਹੈਗੀਆਂ ਆਪਣੇ ਸਾਹਮਣੇ ਹੀ ਆ। ਡਾਕ ਜਿਹੜੀ ਆ ਚੋਰੀ ਹੋਣ ਦੀਆਂ ਜਗ੍ਹਾ ਤੋਂ, ਬਰੈਂਪਟਨ ਤੋਂ, ਕੈਲੇਡਨ ਤੋਂ, ਮਿਸਿਸਾਗਾ ਤੋਂ ਸਭ ਪਤਾ ਲੱਗਦਾ ਰਹਿੰਦਾ। ਸੋ ਕਾਫੀ ਅਨਸੇਫ ਆ। ਲੋਕ ਤਾਂ ਹੁਣ ਕਹਿੰਦੇ ਵੀ ਆਪਣੇ ਘੰਟੇ 2 ਘੰਟਿਆਂ 'ਚ ਜਿਹੜੀ ਮੇਲ ਆ ਜੀ ਵੀ ਉਹ ਚੈੱਕ ਕਰ ਲਿਆ ਕਰੋ ਡੇ ਬਾਈ ਡੇ, ਵੀ ਜਿਹੜੇ ਹਫ਼ਤਾ 10-10 ਦਿਨ ਆਪਾਂ ਮੇਲ ਨਹੀਂ ਦੇਖਣ ਜਾਂਦੇ ਵੀ ਉੱਥੇ ਬਿੱਲ ਹੀ ਆਉਣੇ ਆ, ਮਹੀਨੇ 'ਚ ਇੱਕ ਵਾਰੀ ਦੇਣੇ ਆ, ਕੱਢ ਲਿਆਵਾਂਗੇ, ਕੋਈ ਨਹੀਂ। ਅੱਛਾ, ਐਂਡ ਜੌਨ ਸਾਹਿਬ ਉਹ ਵੀ ਆ ਕਿ ਇੱਕ ਬਹਿਸ ਕਰਨ ਤੋਂ ਪਹਿਲਾਂ ਇੱਕ ਆਪਣੇ ਸਪੈਮ ਤੇ ਜੰਕ ਜ਼ਰੂਰ ਚੈੱਕ ਕਰ ਲਿਆ ਕਰੋ। ਯੈਸ, ਉਹ ਹੁਣ ਕਿਉਂਕਿ ਟਨਾਂ ਦੇ ਟਨ ਮਤਲਬ ਆਉਂਦੀਆਂ ਲੋਕਾਂ ਨੂੰ ਈਮੇਲ ਗੁਆਚ ਜਾਂਦਾ ਬੰਦਾ ਵੀ ਮੈਂ ਹੁਣ ਕਿਹੜਾ ਇੱਥੋਂ ਦੇਖਾਂ, ਹਨਾ। ਰਾਈਟ। ਸੋ ਉਹਦੇ ਕਰਕੇ ਇਹ ਹੈ ਜੀ ਵੀ ਬਹੁਤ ਕੇਅਰਫੁਲੀ, ਜਾਣੀ ਕਿ ਇਹ ਬਿੱਲ ਜੇ ਤੁਸੀਂ ਪੇ ਕਰਨਾ ਮਿਸ ਕਰਦੇ ਹੋ ਤੇ ਇਹ ਜਿਨ੍ਹਾਂ ਦੇ ਤੁਸੀਂ ਪੈਸੇ ਦੇਣੇ ਆ, ਕਸੂਰ ਬਾਅਦ 'ਚ ਉਹਨਾਂ ਦਾ ਨਹੀਂ ਨਿਕਲਣਾ, ਕਸੂਰ ਤੁਹਾਡਾ ਹੀ ਨਿਕਲਣਾ, ਹਾਂਜੀ, ਕਿਉਂਕਿ ਸਰਵਿਸ ਤੁਸੀਂ ਲੈ ਰਹੇ ਹੋ ਨਾ। ਉਹਨਾਂ ਨੇ ਕਿਹਾ ਅਸੀਂ ਤਾਂ ਭੇਜਿਆ, ਤੁਸੀਂ ਪੇ ਨਹੀਂ ਕੀਤਾ। ਤੇ ਜੇ ਸਰਵਿਸ ਨੂੰ ਜੇ ਇੰਜੋਏ ਕਰ ਰਹੇ ਆ ਤੇ ਬਿੱਲ ਦੇਣ ਤੋਂ ਕਹੀਏ ਵੀ ਉਹ ਸਾਨੂੰ ਮਿਲਿਆ ਨਹੀਂ ਜੀ, ਸਾਨੂੰ ਦੱਸਿਆ ਨਹੀਂ ਜੀ, ਸਾਨੂੰ ਪਤਾ ਨਹੀਂ ਲੱਗਾ ਜੀ, ਉਹ ਫਿਰ ਬਹਾਨਾ ਕਈ ਵਾਰੀ ਬਹੁਤਾ ਚੱਲਦਾ ਨਹੀਂ। ਚਲੋ ਥੋੜਾ ਬਹੁਤਾ ਤੇ ਉਹ ਆਪਣਾ ਐਡਜਸਟਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਐਟ ਦਾ ਐਂਡ ਜਿਹੜੀ ਅਸੀਂ ਸਰਵਿਸ ਮਤਲਬ ਅਵੇਲ ਕੀਤੀ ਆ ਉਹਦਾ ਬਿੱਲ ਤੇ ਦੇਣਾ ਹੀ ਪੈਣਾ ਜੀ। ਪਰ ਇਹ ਡਾਕ ਗੁਆਚਣ ਦਾ ਸਿਲਸਿਲਾ ਜਿਹੜਾ ਜੀ ਵੀ ਕੁੱਲ ਮਿਲਾ ਕੇ ਇਹ ਕਾਫੀ ਆ, ਤੇ ਵੀ ਡੇ ਬਾਈ ਡੇ ਜਿਹੜੀ ਆਪਣੀ ਡਾਕ ਆ ਉਹ ਚੈੱਕ ਕਰਨ ਦੀਆਂ ਇਸ ਵੇਲੇ ਭੈਣ ਭਰਾਵਾਂ ਨੂੰ ਨਸੀਹਤਾਂ ਜਿਹੜੀਆਂ ਮਿਲ ਰਹੀਆਂ ਵੀ ਮਹੀਨੇ ਵਿੱਚ ਇੱਕ ਵਾਰ ਜੇ ਚੈੱਕ ਕਰਨ ਦਾ ਰੂਟੀਨ ਬਣਾਇਆ ਹੋਇਆ ਤੇ ਹੋ ਸਕਦਾ ਤੁਹਾਡੀ ਡਾਕ ਨੂੰ ਲੱਗੀ ਨਾ, ਕਿਉਂਕਿ ਚੋਰ ਜੇ ਲੈ ਕੇ ਖੋਲ ਕੇ ਡੱਬਾ
ਤੇ ਦੇਖਦੇ ਰਹਿ ਜਾਓਗੇ। ਜੌਹਰ ਸਾਹਿਬ ਅਗਲੀ ਖਬਰ ਵੀ ਕਾਫੀ I don't know how to take this, but University of Toronto, ਇਹ ਖਬਰ ਵੀ ਮੈਂ ਲਾਸਟ ਵੀਕ ਸਾਂਝੀ ਕੀਤੀ ਸਾਡੇ ਨਾਲ, ਮੈਂ ਉਦੋਂ ਆਈ ਥਿੰਕ ਆਪਣਾ ਗੱਲਬਾਤ ਨਹੀਂ ਹੋ ਰਹੀ ਸੀ ਡਿਊ ਟੂ ਰੋਜਰਸ ਦੇ ਕਨੈਕਸ਼ਨ ਕਰਕੇ। ਯੂਨੀਵਰਸਿਟੀ ਆਫ ਟੋਰਾਂਟੋ ਨੇ ਰਿਸਰਚ ਕਿਹਾ, ਜੋ ਨੇ ਰਿਸਰਚਰਸ ਨੇ ਕਿਹਾ ਹੈ ਕਿ ਜਿਹੜੇ ਲੋ ਇਨਕਮ ਪੇਸ਼ੈਂਟਸ ਨੇ ਇਨ ontario ਉਹ ਜ਼ਿਆਦਾ ਪ੍ਰੂਨ ਨੇ ਟੂ ਗੈਟ ਇਨਫੈਕਟਡ ਫਰਮ COVID-19। ਹੁਣ ਇਹ ਲੋ ਇਨਕਮ ਵਾਲੇ ਬੰਦੇ ਨਹੀਂ ਆ? ਨਹੀਂ, ਆਫ ਕੋਰਸ ਬੰਦੇ ਆ, ਪਰ ਹੁਣ ਲੋ ਇਨਕਮ ਤੁਸੀਂ ਹੋਵੋ, ਸਾਰੇ ਸੰਸਾਰ ਦੇ ਵਿੱਚ ਹੀ ਆਪਾਂ ਦੇਖਦੇ ਹਾਂ ਵੀ ਆਪਾਂ ਜਲੰਧਰ ਹੀ ਹਸਪੀਟਲ ਜਾ ਕੇ ਦੇਖ ਲਈਏ, ਦਿੱਲੀ ਹਸਪੀਟਲ ਜਾ ਕੇ ਦੇਖ ਲਈਏ, ਤਾਮਿਲਨਾਡੂ ਚਲੇ ਜਾਈਏ, ਸਰਕਾਰੀ ਹਸਪੀਟਲ ਤੇ ਦੇਖ ਲਓ ਤੁਸੀਂ, ਉੱਥੇ ਗਰੀਬ ਮਾਤਰ ਨੂੰ ਪੁੱਛਦਾ ਕੌਣ ਆ, ਹਨਾ ਜੀ। ਸਾਰੀ ਦੁਨੀਆ 'ਚ ਇਹ ਹਾਲ ਆ ਜੀ। ਤੁਹਾਡੀ ਜੇਬ ਦੇ ਵਿੱਚ 4 ਛਿੱਲੜ ਹੈ, ਤੁਹਾਡੇ ਕਾਫਲੇ ਆ, ਤੁਹਾਡੀਆਂ ਕਾਰਾਂ, ਤੁਹਾਡਾ ਪਾਣੀ ਭਰਨ ਵਾਲੇ ਲੋਕ ਆਲੇ ਦੁਆਲੇ 'ਚ ਜੁੱਤੀ ਲਾ ਕੇ ਵੀ ਤੁਹਾਡੇ ਘਰ ਵੰਡਣਗੀਆਂ ਬਿਨਾਂ ਦੱਸਿਆ, ਹਾਂਜੀ, ਬਿਨਾਂ ਕਿਹਾ ਹੀ ਕਿ ਤੁਸੀਂ ਇਹ ਨਹੀਂ ਹੁੰਦਾ ਵੀ ਸਾਡੇ ਘਰ ਜੁੱਤੀ ਲਾ ਕੇ ਆਓ, ਆਪੇ ਹੀ ਆਉਣਗੀਆਂ ਨਾ ਜੀ। ਪਰ ਜਦੋਂ ਉਹਨਾਂ ਦਾ ਮਤਲਬ ਹੱਲ ਹੋ ਜਾਊਗਾ ਫਿਰ ਉਹਨਾਂ ਨੇ ਭੱਜ ਵੀ ਚੁੱਪ ਕਰਕੇ ਆਪੇ ਹੀ ਜਾਣਾ ਹੁੰਦਾ, ਫਿਰ ਨਹੀਂ ਆਉਂਦੇ ਕਦੀ ਵੀ, ਜਾਂ ਫਿਰ ਨਹੀਂ ਆਉਂਦੀਆਂ। ਸੋ ਐਨੀਵੇਜ਼ ਲੇਕਿਨ ਇਹ ਆ ਜੀ ਵੀ ਹੁਣ ਕੁੱਲ ਮਿਲਾ ਕੇ ਇਹ ਆ ਵੀ ਜਿਹੜੇ ਇਹ ਲੋ ਇਨਕਮ ਜਾਣੀ ਕਿ ਵੀ ਖਾਂਦੇ ਪੀਂਦੇ ਲੋਕਾਂ ਵਾਂਗੂ ਜਿਹੜੇ ਓਨੇ ਬਲੈਸਡ ਨਹੀਂ ਆ, ਉਹ ਜਿਹੜੇ ਆ ਜੀ ਵੀ ਕਈ ਵਾਰੀ ਫਿਰ ਇਸ ਤਰ੍ਹਾਂ ਨਹੀਂ ਵੀ ਬਹੁਤਾ ਸੀਰੀਅਸਲੀ ਲਿਆ ਜਾਂਦਾ ਵੀ ਜੇ ਕੋਈ ਅਲਾਮਤਾਂ ਖੰਘ ਜ਼ੁਕਾਮ ਹੋ ਗਿਆ, ਬੁਖਾਰ ਹੋ ਗਿਆ, ਵੀ ਮੈਨੂੰ ਕੋਵਿਡ ਹੋ ਗਿਆ ਹੋਊਗਾ। ਹੁਣ ਜਿੰਨਾ ਕੋਵਿਡ ਜੇ ਹੋ ਗਿਆ ਡਿਲੇ ਕਰੀ ਜਾਂਦੇ ਹੋ ਤੇ ਉਹਨਾਂ ਆਪਣੀ ਜ਼ਿੰਦਗੀ ਨੂੰ ਰਿਸਕ ਵਿੱਚ ਪਾਈ ਜਾਂਦੇ ਹੋ, ਕਿਉਂਕਿ ਜਦੋਂ ਨੱਕ ਤੋਂ ਰਾਹੀਂ ਗਲੇ ਤੋਂ ਹੋ ਕੇ ਉਹਨੂੰ ਅਪਰਚੁਨਿਟੀ ਮਿਲ ਗਈ ਫੇਫੜਿਆਂ 'ਚ ਐਂਟਰ ਹੋਣ ਦੀ, ਤੇ ਫਿਰ ਉਹਨੂੰ ਬਾਹਰ ਕੱਢਣ ਦੀ ਉੱਥੋਂ ਸੰਭਾਵਨਾ ਜਿਹੜੀ ਆ 0 ਹੋ ਜਾਂਦੀ ਆ ਆਲਮੋਸਟ, ਜਦੋਂ ਕਿ ਉਹ ਵੱਧ ਫੁੱਲ ਜਾਏ ਉੱਥੇ। ਸੋ ਇਹ ਆ ਜੀ ਵੀ ਕੁੱਲ ਮਿਲਾ ਕੇ ਹੁਣ ਇਸੇ ਕਰਕੇ ਹੀ ਆ ਵੀ ਉਹਨਾਂ ਨੂੰ, ਕਿਉਂਕਿ ਹੈਲਥ ਕੇਅਰ ਨੂੰ, ਉਹ ਸਰਵਿਸਿਜ਼ ਨੂੰ ਉਹਨਾਂ ਨਹੀਂ ਅਵੇਲ ਕਰਦੇ ਜਿਹੜੇ ਬੇਘਰੇ ਲੋਕ ਆ ਖਾਸ ਤੌਰ ਤੇ, ਜਾਂ ਫਿਰ ਲੋ ਇਨਕਮ ਆ, ਕਿਉਂਕਿ ਉਹਨਾਂ ਦੀਆਂ ਜ਼ਿੰਦਗੀਆਂ ਦੀ ਰੂਟੀਨ ਆਪਣੇ ਰੁਝੇਵੇਂ ਹੀ ਵੱਖਰੀ ਕਿਸਮ ਦੇ ਆ, ਕਈ ਵਾਰੀ ਉਹ ਆਪਣਾ ਧਿਆਨ ਰੱਖਣ ਦੇ ਸਮਰੱਥ ਨਹੀਂ ਹੋ ਸਕਦੇ, ਹਨਾ। ਸੋ ਇਸ ਕਰਕੇ ਜਿਹੜੇ ਜੀ ਵੀ ਇਹ ਸਪੈਸ਼ਲੀ ਜਾਣੀ ਇਮੀਗ੍ਰਾਂਟ ਜਾਂ ਨਿਊ ਇਮੀਗ੍ਰਾਂਟਸ ਨੇ, ਹਨਾ, ਉਹਨਾਂ ਦੇ ਵਿੱਚ ਵੀ ਇਹ ਇਸ਼ੂ ਹੈਗਾ ਵੀ ਉਹਨਾਂ ਨੇ ਆਪਣਾ ਜੀ ਵੀ ਰਿਹਾਇਸ਼ ਦੇ ਨਾਲ ਆਪਣਾ ਘਰ ਦਾ, ਮਕਾਨ ਦਾ ਪ੍ਰਬੰਧ ਕਰਨਾ, ਆਪਣੀਆਂ ਜੋਬ ਦੇ ਵਿੱਚ ਬਿਜ਼ੀ ਰਹਿਣਾ, ਖਰਚੇ ਚਲਾਉਣਾ, ਕਿੰਨੀ ਸਟਰਗਲ ਹੁੰਦੀ ਆ। ਨਵੇਂ ਆ ਰਹੇ ਜਿਹੜੇ ਵੀ ਕਹਿ ਲਓ ਵੀ ਟੈਂਪਰੇਰੀ ਰੈਜ਼ੀਡੈਂਟਸ ਹੈਗੇ ਆ, ਜਾਂ ਵਰਕ ਪਰਮਿਟ ਲੋਕ ਆ, ਜਾਂ ਨਿਊ ਇਮੀਗ੍ਰਾਂਟਸ ਭਾਵੇਂ PR ਹੋ ਕੇ ਕਿਉਂ ਨਹੀਂ ਆਏ, ਉਹਨਾਂ ਨੂੰ ਵੀ ਆ ਜੀ ਵੀ ਹੈਲਥ ਕੇਅਰ ਦਾ ਇਸ਼ੂ ਕਈ ਵਾਰੀ ਬਹੁਤ ਸੀਰੀਅਸ ਬਣ ਜਾਂਦਾ ਉਦੋਂ, ਜਦੋਂ ਕਿ ਉਹ ਕੋਵਿਡ ਤੋਂ ਪੋਜ਼ਿਟਿਵ ਹੋ ਗਏ ਹੋਣ, ਪਰ ਸਮੇਂ ਸਿਰ ਫਿਰ ਉਹਨਾਂ ਨੇ ਆਪਣੀ ਕੇਅਰ ਨਾ ਕੀਤੀ ਹੋਵੇ ਟੈਸਟ ਕਰਵਾ ਕੇ, ਤੇ ਜਿਸ ਕਰਕੇ ਜਿੰਨਾ ਲੇਟ ਹੁੰਦਾ ਜੀ ਵੀ ਬਹੁਤ ਵਾਰ ਟ੍ਰੀਟਮੈਂਟ ਦੇ ਵਿੱਚ ਉਹਨਾਂ ਨੂੰ ਫਿਰ ਕਾਫੀ ਮੁਸ਼ਕਲਾਂ ਪੇਸ਼ ਆਉਂਦੀਆਂ। ਸੋ ਕੁੱਲ ਮਿਲਾ ਕੇ ਲੇਕਿਨ ਕਿ ਇਹ ਹੈ ਜੀ ਵੀ ਇਹ ਡਾਕਟਰਸ ਜਾਂ ਮੈਡੀਕਲ ਜਿਹੜੇ ਐਕਸਪਰਟਸ ਵੀ ਆ ਨਾ, ਵੀ ਤੁਸੀਂ ਕੋਈ ਇਨਕਮ ਗਰੁੱਪ ਵੀ ਹੋਵੋ, ਤੇ ਜੇ ਤੁਸੀਂ ਹਾਈ ਇਨਕਮ ਗਰੁੱਪ ਵੀ ਹੈਗੇ ਹੋ, ਖਾਂਦੇ ਪੀਂਦੇ ਹੋ, ਪਰ ਜੇ ਸਮੇਂ ਸਿਰ ਕੋਵਿਡ ਤੋਂ ਆਪਣਾ ਬਚਾਅ ਨਹੀਂ ਕੀਤਾ ਤੇ ਮੌਤ ਤੇ ਉਹਨਾਂ ਦੀ ਵੀ ਹਨਾ ਜੀ ਹੋ ਸਕਦੀ ਆ। ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਕੋਵਿਡ ਹੈ ਜਿਹੜਾ ਇਹ ਮਾਰੂ ਆ। ਸੋ ਅੱਜ ਵੀ ਚਾਈਨਾ ਦੇ ਵਿੱਚੋਂ ਇਹੀ ਖਬਰਾਂ ਆ ਰਹੀਆਂ ਕਿ ਉਹਨਾਂ ਨੇ ਕਈ ਸਾਰੇ ਸ਼ਹਿਰ ਉਹਨਾਂ ਨੂੰ ਫੇਰ ਬੰਦ ਕਰਨੇ ਪੈ ਰਹੇ, ਬਿਲਕੁਲ ਜੀ, ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਉਹ ਲਿਆ ਰਹੇ ਆ ਆਪਣੀ ਸਿਟੀ ਦੇ ਵਿੱਚ। ਸੋ ਅਜੇ ਵੀ ਕੋਵਿਡ ਸਾਡੇ ਵਿੱਚ ਹੈ ਭਾਰਤ ਦੇ ਵਿੱਚ। ਕੱਲ 48 ਮੌਤਾਂ ਜਾਣੀ ਕੋਵਿਡ ਕਰਕੇ 24 ਘੰਟਿਆਂ 'ਚ ਹੋਈਆਂ ਸੀਗੀਆਂ ਭਾਰਤ ਦੇ ਵਿੱਚ। ਸੋ ਤਦ ਕਰਕੇ ਕੋਵਿਡ ਅਜੇ ਅਰਾਊਂਡ ਅਸ ਆ, ਤੇ ਆਪਾਂ ਇੰਨੇ ਰਿਲੈਕਸ ਨਾ ਹੋਈਏ ਵੀ ਇਹ ਹੁਣ ਚਲਾ ਗਿਆ। ਚਲੋ ਆਪਣਾ ਜਿਹੜਾ ਡੇਲੀ ਲਾਈਫ ਆ ਉਸ ਨੂੰ ਵੀ ਮੇਨਟੇਨ ਰੱਖੀਏ, ਪਰ ਇਹਦੇ ਨਾਲ ਨਾਲ ਹੀ ਵੀ ਜਿਹੜਾ ਇਹ ਸਮਰ ਦਾ ਅਸੀਂ ਆਨੰਦ ਮਾਣ ਰਹੇ ਹਾਂ, ਉਹ ਕੋਵਿਡ ਤੋਂ ਇਨਫੈਕਟ ਹੋਣ ਤੋਂ ਸਾਨੂੰ ਜ਼ਰੂਰ ਸੁਚੇਤ ਰਹਿਣਾ ਪਏਗਾ। ਜੌਹਰ ਸਾਹਿਬ, 2-day ਮੀਟ ਆਫ ਕੈਨੇਡਾਜ਼ ਜਿਹੜੇ 13 ਪ੍ਰੀਮੀਅਰਸ ਨੇ ਬਿਗਿਨ ਹੋ ਚੁੱਕੇ ਹੈ ਜੀ BC ਦੇ ਵਿੱਚ, ਵਿਕਟੋਰੀਆ ਦੇ ਵਿੱਚ ਅੱਜ, ਐਂਡ ਇਸ ਮੀਟਿੰਗ ਦੇ ਦੌਰਾਨ ਜ਼ਿਆਦਾਤਰ ਹੈਲਥ ਕੇਅਰ ਫੰਡਿੰਗ ਫਰਮ ਫੈਡਰਲ ਗਵਰਨਮੈਂਟ ਅਤੇ ਇਨਫਲੇਮੇਸ਼ਨ ਦੀ ਗੱਲਬਾਤ ਹੋਣ ਜਾ ਰਹੀ ਹੈ ਜੀ। ਉਹ ਯੈਸ ਅਰਸ਼, ਇਸ ਤਰ੍ਹਾਂ ਵੀ ਇਹ ਜਿਹੜਾ ਐਨੂਅਲ ਮੀਟਿੰਗ ਹੁੰਦੀ ਆ ਇਨ ਪਰਸਨ, ਪਰ ਕਿਉਂਕਿ ਕੋਵਿਡ ਸੀਗਾ 2 ਸਾਲ ਹੋ ਹੀ ਨਹੀਂ ਸਕਿਆ ਕੁਛ ਵੀ, ਫਿਰ ਇਹ ਵੀ ਜਿਹੜੀ ਮੀਟਿੰਗ ਆ ਉਹ ਕੈਂਸਲ ਕਰਨੀ ਪਈ ਸੀਗੀ। ਪਰ ਇਸ ਨੂੰ ਹੁਣ ਜਿਹੜਾ ਚੁੱਪੀ ਵਿਕਟੋਰੀਆ ਦੇ ਵਿੱਚ ਬ੍ਰਿਟਿਸ਼ ਕੋਲੰਬੀਆ 'ਚ ਰਿਜ਼ਿਊਮ ਕੀਤਾ ਜਾ ਰਿਹਾ। ਸੋ ਸਾਰੀਆਂ ਸਾਡੀਆਂ ਜਿਹੜੀਆਂ ਟੈਰੀਟਰੀਜ਼ ਹੈਗੀਆਂ ਤੇ ਪ੍ਰੋਵਿੰਸਸ ਹੈਗੀਆਂ, ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਪਹੁੰਚੇ ਹੋਏ ਆ। ਸੋ ਉੱਥੇ ਜੀ ਵੀ ਇਹ 2 ਦਿਨਾਂ ਦੀ ਮੀਟਿੰਗ ਜਿਹੜੀ ਉਹਨਾਂ ਦੀ ਹੋ ਰਹੀ ਆ, ਉਹਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਜੀ ਵੀ ਹੈਲਥ ਕੇਅਰ ਦਾ ਟੌਪ ਤੇ ਹੁੰਦਾ ਹੀ ਆ ਜੀ, ਇਕੋਨੋਮੀ ਤੇ ਜੌਬਸ ਦੀ ਗੱਲ ਵੀ ਚੱਲਦੀ ਆ ਨੈਚੁਰਲੀ, ਇਹ ਸਦਾ ਹੀ ਚੱਲਦਾ ਹੀ ਰਹਿੰਦਾ ਇਹਨਾਂ ਦਾ ਸਾਰਾ ਸਾਲ ਹੀ। ਪਰ ਉਹਦੇ ਨਾਲ ਹੀ ਜਾਣੀ ਕਿ ਇਸ ਵਾਰ ਥੋੜਾ ਜਿਹਾ ਲੱਗ ਰਿਹਾ ਵੀ ਹੈਲਥ ਕੇਅਰ ਦੇ ਵਿੱਚ ਜੋ ਸਿਚੁਏਸ਼ਨ ਲੱਗ ਰਹੀ ਹੈ, ਖਾਸ ਤੌਰ ਤੇ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ, ਤੇ ਕੋਵਿਡ ਕਰਕੇ ਜਿਹੜੇ ਪ੍ਰੋਵਿੰਸਸ ਨੂੰ ਇਹ ਰਿਸੋਰਸਿਸ ਜ਼ਿਆਦਾ ਚਾਹੀਦੇ ਹੋਣ ਕਰਕੇ ਜੀ ਇਹ ਮਹਿਸੂਸ ਕੀਤਾ ਜਾ ਰਿਹਾ ਵੀ ਜਿਹੜਾ ਲਗਭਗ 80% ਪ੍ਰੋਵਿੰਸਸ ਨੂੰ ਹੈਲਥ ਕੇਅਰ ਫੰਡਿੰਗ ਜਿਹੜੀ ਅੱਜ ਆਪਣੇ ਕੋਲੋਂ ਜੁਟਾਉਣੀ ਪੈਂਦੀ ਆ,
ਉਹਦੇ ਵਿੱਚ 20-22% ਹੀ ਜਿਹੜਾ ਜੀਪੀ ਫੈਡਰਲ ਗਵਰਨਮੈਂਟ ਦਾ ਹਿੱਸਾ ਹੁੰਦਾ ਵੀ ਉਹ ਜਿਹੜਾ ਹਿੱਸਾ ਹੈ ਉਹਨਾਂ ਦੀ ਇਹਦੇ ਵਿੱਚ ਪਾਰਟਿਸਿਪੇਸ਼ਨ ਆ ਉਹ ਵਧਾਈ ਜਾਵੇ ਜੀ 30% ਤੱਕ ਜਿਹੜੀ ਅੱਜ ਵੀ ਮੰਗੀ ਜਾਵੇ। ਰਾਈਟ। ਪਰ ਇਹ ਅਜੇ ਵੀ ਇਹ ਇਸ ਤਰ੍ਹਾਂ ਦੇ ਏਜੰਡੇ ਜਾਂ ਫਿਰ ਇਨਫਲੇਸ਼ਨ ਜਾਂ ਮਹਿੰਗਾਈ ਦੇ ਨਾਲ ਲੋਕ ਜੂਝ ਰਹੇ ਆ ਵੀ ਇਹ ਆਪਸ ਵਿੱਚ ਡਿਸਕਸ ਕਰ ਲੈਣਗੇ। ਪਰ ਹੁਣ ਮਸਲਾ ਇਹ ਵੀ ਪ੍ਰਾਈਮ ਮਿਨਿਸਟਰ ਤੇ ਉੱਥੇ ਪਹੁੰਚ ਹੀ ਨਹੀਂ ਰਹੇ ਹਨ। ਕੱਲ ਸੀਗੇ ਕੈਲਗਰੀ ਦੇ ਵਿੱਚ, ਉਹਨਾਂ ਨੇ ਸਟੈਂਪੀਡ ਦਾ ਆਨੰਦ ਮਾਣਿਆ ਜੀ। ਅੱਜ ਉਹ ਮੌਂਟਰੀਅਲ ਦੇ ਵਿੱਚ ਸਾਰਾ ਦਿਨ ਹੈਗੇ ਆ। ਸੋ ਲੱਗ ਰਿਹਾ ਵੀ ਜਾਣੀ ਕਿ ਜਿਹੜੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਕੈਨੇਡੀਅਨਸ ਆ, ਥੋੜਾ ਜਿਹਾ ਜਾਣੀ ਕਿ ਆਪਣੇ ਆਪ ਨੂੰ ਵੱਖ ਜਿਹਾ ਕੀਤਾ ਹੋਇਆ ਲੱਗਦਾ। ਪ੍ਰਾਈਮ ਮਿਨਿਸਟਰ ਸਾਹਿਬ ਨੇ ਕਦੇ ਜਾਣੀ ਕਿ ਬੋਲੇ ਵੀ ਨਹੀਂ ਗਏ, ਕਦੀ ਕੁਸਕੇ ਵੀ ਨਹੀਂ ਗਏ, ਕਦੀ ਉਹਨਾਂ ਨੇ ਕੋਈ ਸਟੇਟਮੈਂਟ ਵੀ ਨਹੀਂ ਹੈ ਨਾ ਆਪਣੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ। ਇਹ ਮਹਿੰਗਾਈ ਦੇ ਬਾਰੇ 'ਚ ਖਾਸ ਤੌਰ ਤੇ, ਗੈਸ ਪ੍ਰਾਈਸਿਸ ਦੇ ਬਾਰੇ 'ਚ ਖਾਸ ਤੌਰ ਤੇ, ਜਿਸ ਤਰੀਕੇ ਦੇ ਨਾਲ ਲੋਕਾਂ ਦੀ ਇਨਕਮ ਜਿਹੜੀ ਆਲਮੋਸਟ ਸਟੇਬਲ ਆ ਜੀ, ਮਹਿੰਗਾਈ ਜਿਹੜੀ ਛੜੱਪੇ ਮਾਰ ਤਰੀਕੇ ਦੇ ਨਾਲ ਵਧੀ ਹੋਈ ਆ। ਯੂ ਨੇਮ ਇਟ, ਤੁਸੀਂ ਕਿਸੇ ਵੀ ਚੀਜ਼ ਨੂੰ ਹੱਥ ਲਾ ਲਓ, 2-3 ਸਾਲ ਪਹਿਲਾਂ ਤੋਂ 4-4 ਗੁਣਾ ਪ੍ਰਾਈਸਿਸ ਆ ਜੀ। ਇਹੀ ਸਰਕਾਰ ਸੀਗੀ ਜੀ 2015 ਤੋਂ ਇਸ ਦੇਸ਼ ਦੇ ਵਿੱਚ ਚੱਲ ਰਹੀ ਆ। ਤੇ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਮੇਲੇ ਦੇਖ ਰਹੇ ਆ ਪਰ ਉਹ ਬੋਲ ਨਹੀਂ ਰਹੇ ਇਹਦੇ ਬਾਰੇ 'ਚ। ਥੋੜਾ ਜਿਹਾ ਇਹ ਕੰਸਰਨਿੰਗ ਜ਼ਰੂਰ ਆ ਲੋਕਾਂ ਵਾਸਤੇ ਜੀ, ਭੈਣ ਭਰਾਵਾਂ ਵਾਸਤੇ। ਜੋਸਾ, ਬਿਟਵੀਨ ਜੂਨ 7 ਅਤੇ ਜੁਲਾਈ 6 ਨੂੰ ਟੋਟਲ ਆਫ 355 incidents vehicle theft ਬਰੈਂਪਟਨ ਐਂਡ ਮਿਸਿਸਾਗਾ ਦੇ ਵਿੱਚ ਨਜ਼ਰ ਆ ਰਹੇ ਹਨ। ਪੀਐਲ ਪੁਲਿਸ ਦੇ ਡਾਟਾ ਦੇ ਵਿੱਚ ਬਹੁਤ ਵੱਡੇ ਅੰਕੜੇ ਸ਼ੋ ਹੋ ਰਹੇ ਨੇ ਜੀ। ਯੈਸ, ਇਹ ਨਵੇਂ ਦਿਸਦੇ ਆ ਜੀ। ਬਾਕੀ ਦੇਖੋ ਜੀ ਸਾਰੀ ਕੱਲ ਨਾ, ਵੈਸੇ ਹੁਣ ਜੇ ਚੋਰਨੀਆਂ ਦੀ ਗੱਲ ਤੇ ਕਰਨੀ ਪੈਂਦੀ ਆ ਕਿਉਂਕਿ ਜੇ ਐਕਟੀਵਿਟੀ ਹੋਵੇ ਨਾ, ਉਹ ਇਹ ਹੋਇਆ ਵੀ ਕੱਲ ਜਾਣੀ ਜਿਹੜੇ ਹੁਣ ਆਪਾਂ ਇੱਕ ਨਵੀਂ ਤਰ੍ਹਾਂ ਦੀ ਹਿਸਟਰੀ ਬਣਾ ਰਹੇ ਆ, ਆਪਾਂ ਨਵੇਂ ਤਰ੍ਹਾਂ ਦੇ ਇਤਿਹਾਸ ਬਣਾਉਣ ਨੂੰ ਤਾਂ ਬੜੇ ਪੰਜਾਬੀ ਤੇਜ਼ ਆ ਨਾ। ਇਤਿਹਾਸ ਚਲੋ ਕੋਈ ਸਿਰਮੌਰ ਸਾਡੇ ਪੁਰਾਣੇ ਬਣਾ ਗਏ, ਬਜ਼ੁਰਗ ਵੱਡੇ ਸ਼ਹਾਦਤਾਂ ਪਾ ਗਏ, ਸ਼ਹਾਦਤਾਂ ਦਾ ਕੋਈ ਮੁੱਲ ਨਹੀਂ ਵਟਿਆ। ਅੱਜ ਤੇ ਭਾਵੇਂ ਅਸੀਂ ਚਿੱਠੀਆਂ ਤੇ LMI ਆ ਤੇ ਜੋਬ ਲੈਟਰਾਂ ਤੇ ਮੁੱਲ ਵਟਣ ਵਾਲੇ ਪੰਜਾਬੀ ਵੀ ਕਹਾਉਣ ਲੱਗ ਪਏ ਆ, ਹਨਾ, ਪੰਜਾਬਣਾ ਕਹਾਉਣ ਲੱਗ ਪਏ ਆ। ਅਸੀਂ ਜਾਣੀ ਸੋਲੇ ਗਾਉਣੇ ਆਪਣੇ ਸ਼ਹੀਦਾਂ ਦੇ, ਤੇ ਸਾਡਾ ਆਪਣਾ ਕਿਰਦਾਰ ਇਹ ਆ ਹੋਵੇ ਅੱਜ, ਹਨਾ। ਸੋ ਕਿਸੇ ਇੰਪਲੋਇਰ ਦੇ ਬਾਹਰ ਰੋਸ ਦਿਖਾਵਾ ਕੱਲ ਕੀਤਾ ਪੰਜਾਬੀ ਨੌਜਵਾਨ ਵਰਕਰਾਂ ਨੇ, ਲੜਕਿਆਂ ਨੇ, ਹਾਂਜੀ ਹਾਂਜੀ, ਬਹੁਤ ਵੱਡੇ ਤਾਦਾਦ ਦੇ ਨਾਲ ਜੀ। ਉਹ ਭਾਈ ਸਾਡੀ ਤਨਖਾਹ ਦੇ ਮਾਰੀ ਹੋਈ ਆ ਤੂੰ। ਹੁਣ ਵੀਡੀਓ 'ਚ ਜਿਵੇਂ ਦਿਸਦਾ ਵੀ ਉਹ ਤਨਖਾਹਾਂ ਮਾਰਨ ਵਾਲੇ ਜਿਹੜੇ ਉਹਨਾਂ ਨੂੰ ਵੀ ਮਾਰਨ ਨੂੰ ਫਿਰਦੇ, ਹਾਂਜੀ, ਰੋਸ ਦਿਖਾਵਾ ਕਰਨ ਵਾਲੇ। ਰਾਈਟ। ਪੁਲਿਸ ਦੇ ਕਰੂਜ਼ਰ ਆਏ ਆ। ਸੋ ਕੋਈ ਹੋਰ ਵੀ ਕਮਿਊਨਿਟੀ ਹੈਗੀ ਆ ਵੀ ਜਿਹਨਾਂ ਦੇ ਇੰਪਲੋਇਰ ਤੇ ਇੰਪਲੋਈ ਉਹਨਾਂ ਦੇ ਖਿਲਾਫ ਏਦਾਂ ਰੋਸ ਦਿਖਾਵੇ ਕਿਤੇ ਕਰ ਰਹੇ। ਹੁਣ ਕੈਨੇਡਾ 'ਚ ਮਾਰੋ ਜਰਾ ਚੁਫੇਰੇ ਝਾਤੀ, ਉਹ ਕੈਨੇਡਾ ਦੇ ਜੰਮਪਲ ਲੋਕਾਂ ਦੇ ਵੀ ਇਹ ਖਿਲਾਰੇ ਹੈਗੇ ਆ। ਇੰਪਲੋਇਰਾਂ ਨੇ ਤਨਖਾਹਾਂ ਮਾਰ ਲਈਆਂ ਤੇ ਇੰਪਲੋਈ ਜਿਹੜੇ ਆ ਰੋਸ ਦਿਖਾਵੇ ਕਰ ਰਹੇ। ਹੁਣ ਕੈਨੇਡਾ ਦੀ ਜੰਮਪਲ ਕਮਿਊਨਿਟੀ 'ਚ ਹੈ ਕੁਛ ਇਹ ਏਦਾਂ ਦਾ? ਹੋਰ ਕਿਸੇ ਕਮਿਊਨਿਟੀ 'ਚ ਹੈਗਾ? ਅਸੀਂ ਸਿਫਤਾਂ ਤੇ ਆਪਣੀਆਂ ਕਰੀਏ, ਪਿੱਠਾਂ ਥਪਾਈਏ। ਆਹ ਸਮੱਸਿਆਵਾਂ ਜੋ ਵਿਕਰਾਲ ਮਗਰਮੱਛ ਰੂਪ ਦੇ ਵਿੱਚ ਮਤਲਬ ਸਾਡੀ ਕਮਿਊਨਿਟੀ ਨੂੰ ਖਾ ਰਹੀਆਂ, ਇਹਨਾਂ ਤੋਂ ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ। ਵਗਦੀ ਗੰਗਾ 'ਚ ਹੱਥ ਜਿਹੜੇ ਆ ਉਹ ਧੋਣ ਵਾਲੀ ਅਸੀਂ ਗੱਲ ਕਰ ਰਹੇ ਹਾਂ। ਸੋ ਇਹ ਇਤਿਹਾਸ ਵੀ ਕੈਨੇਡਾ ਦੇ ਵਿੱਚ ਬਣਨਾ ਸੀ ਵੀ ਸਥਾਪਿਤ ਹੋਏ ਲੋਕਾਂ ਨੇ ਆਪਣੀ ਹੀ ਕਮਿਊਨਿਟੀ ਦੇ ਨਵੇਂ ਆ ਰਹੇ ਭੈਣ ਭਰਾਵਾਂ ਨੂੰ ਲੁੱਟਣਾ ਸੀ, ਉਹਨਾਂ ਦੇ ਨਾਲ ਇਹ ਕੁਛ ਕਰਨਾ ਸੀ, ਤੇ ਉਹਨਾਂ ਨੇ ਮਜਬੂਰ ਹੋ ਜਾਣਾ ਸੀ ਕਿ ਉਹ ਜਾ ਕੇ ਉਹਨਾਂ ਦੀ ਚੌਖਟ ਤੇ ਖੜ ਕੇ ਰੋਸ ਦਿਖਾਵਾ ਕਰਨਗੇ, ਉਹਨਾਂ ਦੀ ਛਾਤੀ ਤੇ ਖੜ ਕੇ। ਇਹ ਮਾਹੌਲ ਵੀ, ਇਹ ਇਤਿਹਾਸ ਵੀ ਜਾਣੀ ਅਸੀਂ ਬਣਾਉਣਾ ਸੀ। ਅਸੀਂ ਹੈਗੇ ਤੇ ਬੜੇ ਮਾਣ ਮੱਤੇ ਪੰਜਾਬੀ ਆ, ਅਣਖਾਂ ਤੇ ਗੈਰਤਾਂ ਵਾਲੇ, ਤੇ ਹੋਰ ਪਤਾ ਨਹੀਂ ਸਾਡੀਆਂ ਜਾਣੀ ਫੜਾਂ ਪਤਾ ਨਹੀਂ ਕੀ ਹੈਗੀਆਂ। ਤੇ ਕਿੱਥੇ ਆ ਸਾਡੀ ਅਣਖ ਤੇ ਗੈਰਤ? ਦੇਖ ਰਹੀ ਨਾ ਸਾਡੀ ਦੁਨੀਆ ਅਣਖ ਤੇ ਗੈਰਤ। ਜਦੋਂ ਇਹ ਡੈਮੋਨਸਟ੍ਰੇਸ਼ਨ ਹੁੰਦਾ ਵੀ ਆਹ ਇੰਪਲੋਇਰਾਂ ਨੇ ਸਾਡੇ ਪੈਸੇ ਮਾਰੇ ਹੋਏ ਆ, ਉਹ ਕੋਰਟਾਂ ਦੇ ਵਿੱਚੋਂ ਵੀ ਡਿਸੀਜਨ ਆਲਮੋਸਟ, ਜੇ ਡੈਮੋਨਸਟ੍ਰੇਟਰਸ ਨੇ ਕੋਈ ਵੱਡੀ ਉਸ ਵੇਲੇ ਗਲਤੀ ਨਾ ਕੀਤੀ ਹੋਵੇ, ਫੈਸਲੇ ਸਾਰੇ ਉਹਨਾਂ ਦੇ ਹੱਕ ਵਿੱਚ ਆ ਰਹੇ ਆਲਮੋਸਟ ਜੀ, ਹਨਾ। ਸੋ ਇਸ ਕਰਕੇ ਇਹ ਆ ਵੀ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ, ਉਹ ਆਪਾਂ ਨੂੰ ਪਤਾ ਹੀ ਆ। ਪਰ ਇਹ ਜਿੰਨਾ ਚਿਰ ਹੁਣ ਗੁੱਝਾ ਸਭ ਕੁਝ ਚੱਲਦਾ ਰਿਹਾ, ਪਰ ਲੱਗਦਾ ਵੀ ਜਾਣੀ ਕਿ ਹੁਣ ਉਹ ਸਮਾਂ ਲੱਦ ਗਿਆ ਵੀ ਜਿੱਥੇ ਅਸੀਂ ਲੋੜਵੰਦਾਂ ਦੀਆਂ ਤਨਖਾਹਾਂ ਮਾਰ ਕੇ, ਘੱਟ ਤਨਖਾਹਾਂ ਤੇ ਕੰਮ ਕਰਾ ਕੇ ਜੀ ਜਲਸਾ ਉਹਨਾਂ ਨੂੰ ਲੁੱਟੀ ਠੱਗੀ ਵੀ ਜਾਵਾਂਗੇ, ਤੇ ਨਾਲ ਅਸੀਂ ਬੜੇ ਲਿਪੇ ਮਤਲਬ ਬਹੁਤ ਵਧੀਆ ਵੀ ਬਣੇ ਰਵਾਂਗੇ। ਸ਼ਾਇਦ ਉਹ ਸਮਾਂ ਲੱਦ ਗਿਆ। ਇਸ ਕਰਕੇ ਪੰਜਾਬੀਆਂ ਨੇ ਇਹ ਹਿਸਟਰੀ ਕੈਨੇਡਾ 'ਚ ਬਣਾਈ ਆ ਵੀ ਇੰਪਲੋਇਰ ਵੀ ਪੰਜਾਬੀ ਤੇ ਡੈਮੋਨਸਟ੍ਰੇਟਰ ਮੁਜ਼ਾਹਰਾ ਕਰਨ ਵਾਲੇ ਵੀ ਪੰਜਾਬੀ, ਹੋਰ ਮਤਲਬ ਉਹਨਾਂ ਦੇ ਘਰਾਂ ਦੇ ਬਾਹਰ ਵੀ ਕਿਤੇ ਨਹੀਂ। ਇੱਥੇ ਪਹਿਲਾਂ ਕੋਈ ਹਿਸਟਰੀ ਹੈਗੀ ਦੱਸ ਦਿਓ ਜੇ ਹੈਗੀ, ਤੇ ਘਰਾਂ ਦੇ ਬਾਹਰ, ਠੀਕ ਆ। ਪਰ ਇਸ ਤਰੀਕੇ ਦੇ ਨਾਲ ਜਿਹੜਾ ਜੀ ਵੀ ਇਹਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਵੀ ਕੈਨੇਡਾ ਦਾ ਕਸੂਰ ਕਿੱਥੇ ਆ। ਅਸੀਂ ਕਿੰਨਾ ਕੁ ਕੈਨੇਡਾ ਦਾ ਕਸੂਰ ਕੱਢ ਕੇ ਆਪਣੇ ਆਪ ਨੂੰ ਖੱਬੀ ਖਾਨ ਦੱਸਣਾ ਆ। ਥੋੜਾ ਜਿਹਾ ਸਾਨੂੰ ਆਪਾਂ ਵਿਚਾਰਨ ਦੀ ਲੋੜ ਹੈ। ਜੋ ਅਸੀਂ ਦਿਮਾਗਾਂ ਦੇ ਵਿੱਚ ਗੰਦਗੀਆਂ ਇੰਪੋਰਟ ਕੀਤੀਆਂ ਹੋਈਆਂ ਨੇ, ਇੱਕ ਦਿਨ ਪ੍ਰਗਟ ਹੋ ਕੇ ਰਹਿਣਗੀਆਂ ਜ਼ਰੂਰ, ਤੇ ਉਹ ਹੋ ਰਹੀਆਂ ਜੀ, ਜਿੱਥੇ ਹੋ ਰਹੀਆਂ ਆਪਾਂ ਦੇਖ ਰਹੇ ਹਾਂ ਜੀ। ਸੋ ਇਸ ਕਰਕੇ ਅਸੀਂ ਕਿਸੇ ਨੂੰ ਕੁਛ ਨਹੀਂ ਕਹਿ ਰਹੇ, ਪਰ ਇਹਦੇ ਨਾਲ ਸਾਡੀ ਸਮੁੱਚੀ ਪੰਜਾਬੀਅਤ ਦੇ ਅਕਸ ਦਾ ਨੁਕਸਾਨ ਹੁੰਦਾ, ਕਿਉਂਕਿ ਅਸੀਂ ਗੰਦਗੀਆਂ ਇੰਪੋਰਟ ਕਰ ਰਹੇ ਹਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਜਾ ਰਹੇ ਹਾਂ, ਤੇ ਇਹ ਸਿੱਟੇ ਅਸੀਂ ਡਿਲੀਵਰ ਕਰ ਰਹੇ ਹਾਂ। ਇਹ ਸਾਨੂੰ ਕਰਨਾ ਨਹੀਂ ਸੀ ਚਾਹੀਦਾ, ਇਹ ਸਾਨੂੰ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ ਜੇ ਅਸੀਂ ਅਣਖ, ਗੈਰਤ ਤੇ ਸੂਰਮਤਾਈ ਵਾਲੀ ਕੌਮ ਸੀਗੇ। ਦੂਸਰੇ ਪਾਸੇ
ਇਹ ਕਹਿਣ ਦੀ ਲੋੜ ਕੋਈ ਨਹੀਂ ਵੀ ਇਹ ਥੋੜੀਆਂ ਆ ਜੀ, ਬਣੇ ਹੋਏ ਮਾਹੌਲ ਤੋਂ ਇਹ ਲੱਗਦਾ ਨਹੀਂਗਾ ਵੀ ਅਸੀਂ ਥੋੜੀਆਂ ਹੈਗੇ ਆ ਜੀ। ਸੋ ਇਹ ਆ ਜੀ ਵੀ ਕੁੱਲ ਮਿਲਾ ਕੇ ਜੇ ਅਸੀਂ ਪੰਜਾਬ ਦੀ, ਪੰਜਾਬੀ ਦੀ, ਪੰਜਾਬੀਅਤ ਦੀ ਸ਼ਾਨ ਬਣਾਵਾਂਗੇ, ਸਾਡਾ ਨਾਂ ਉੱਚਾ ਹੋਏਗਾ। ਇੱਦਾਂ ਕਰਾਂਗੇ ਅਸੀਂ ਲੋੜਵੰਦਾਂ ਨੂੰ ਲੁੱਟਾਂਗੇ, ਇੱਕ ਦਿਨ ਨਤੀਜੇ ਸਾਹਮਣੇ ਆਉਣਗੇ। ਕਿਉਂਕਿ ਕੈਨੇਡਾ ਨੇ ਤੇ ਜੇ ਲੋੜਵੰਦ ਨਾਲ ਧੱਕਾ ਹੋਇਆ ਉਹਦੇ ਨਾਲ ਖੜਦਾ ਆਇਆ ਸਦੀਆਂ ਤੋਂ, ਖੜਦਾ ਰਿਹਾ। ਇਹ ਕੈਨੇਡਾ ਨੰਬਰ 1 ਲੋਕਾਂ ਦੇ ਮਹਾਨ ਕਿਰਦਾਰ ਕਰਕੇ ਸੀ। ਜੇ ਅਸੀਂ ਕਿਰਦਾਰ ਉੱਥੋਂ ਗਲੀਚ ਲੈ ਕੇ ਆਏ ਆ, ਮੌਕਾ ਪ੍ਰਸਤ ਦੀ ਲੁੱਟ ਮਾਰ ਕਰਨ ਵਾਲਾ ਲੈ ਕੇ ਆਏ ਆ, ਤੇ ਇਹ ਦਿਨ ਦੇਖਣੇ ਪੈਣਗੇ ਜਿਹੜੇ ਕਿ ਬਰੈਂਪਟਨ ਦੇ ਵਿੱਚ ਕੱਲ ਇਹ ਵੱਡਾ ਰੋਸ ਦਿਖਾਵਾ ਹੋਇਆ ਜੀ। ਆਲਰਾਈਟ ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।